ਛਤਰ ਤਖਤ ਦੇ ਮਾਲਕ ਜੁਗ ਅਟਲ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ। ਆਓ ਸੁਰਤ ਜੋੜੀਏ ਗੁਰਦੇਵ ਦੇ ਚਰਨਾਂ ਦੇ ਵਿੱਚ। ਗੁਰਦੇਵ ਦੇ ਚਰਨਾਂ ਦੇ ਵਿੱਚ ਆਪੋ ਆਪਣੀ ਬਹਿਬਲਤਾ ਨਾਲ ਅਰਦਾਸ ਕਰਦੇ ਹੋਏ ਅਰਦਾਸ ਸਮਝੀਏ ਗੁਰਦੇਵ ਦੇ ਚਰਨਾਂ ਦੇ ਵਿੱਚ ਕਿਵੇਂ ਕਰਨੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਗੁਰਦੇਵ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ, ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਈਏ, ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਆਦਿ ਗੁਰੂ ਨਾਨਕ ਦੇਵ ਜੀਓ ਮਹਾਰਾਜ, ਜਿਨ੍ਹਾਂ ਦੀ ਕਿਰਪਾ ਦੇ ਨਾਲ ਇਸ ਸਮੇਂ ਗੁਰੂ ਸਾਹਿਬ ਨੇ ਪਾਵਨ ਗੁਰਬਾਣੀ ਦਾ ਹਵਾਲਾ ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜੋ ਗੁਰਦੇਵ ਨੇ ਕੱਲ ਸਾਨੂੰ ਬਚਨ ਦ੍ਰਿੜ ਕਰਵਾਏ ਸੀ, ਜਿਹਦੇ ਵਿੱਚ ਸੀ ਪਿਆਰੇ ਅਰਦਾਸ ਕਰਨ ਵੇਲੇ ਤਿੰਨ ਚੀਜ਼ਾਂ ਨਾਲ ਤੇਰਾ ਜਿਹੜਾ ਹਿਰਦਾ ਹੈ ਉਹ ਮੇਲ ਖਾਣਾ ਚਾਹੀਦਾ ਹੈ, ਜਿਹਦੇ ਵਿੱਚ ਗੁਰੂ ਜੀ ਨੇ ਦ੍ਰਿੜ ਕਰਵਾਇਆ। ਪਿਆਰੇ ਆਵਤ ਹੈ ਜਾ ਕੇ ਭੀਖ ਮੰਗਨ ਭਿਖਾਰੀ, ਦੀਨ ਦੇਖਤ ਅਧੀਨ ਨਿਰਾਸੋ ਨਾ ਬਿਡਾਰ ਹੈ। ਪਹਿਲੀ ਅਵਸਥਾ ਹੋਣੀ ਚਾਹੀਦੀ ਹੈ ਭਿਖਾਰੀ ਵਰਗੀ। ਦੂਜੀ ਗੁਰਦੇਵ ਨੇ ਦ੍ਰਿੜ ਕਰਵਾਈ ਸੀ, ਬੈਠਤ ਹੈ ਜਾ ਕੇ ਦਵਾਰ ਆਸਾ ਕੈ ਬਿਡਾਰ, ਸਵਾਨ ਅੰਤ ਕਰੁਣਾ ਮੈਂ ਤੋਰ ਟੂਕ ਤਾਹੇ ਡਾਰ ਹੈ। ਕੂਕਰ ਵਰਗੀ ਵੀ ਹੋਣੀ ਚਾਹੀਦੀ ਹੈ ਬਿਰਤੀ, ਕੁੱਤੇ ਵਰਗੀ ਬਿਰਤੀ ਜਿਵੇਂ ਮਾਲਕ ਦੇ ਦਰ ਤੇ ਹੈ। ਗੁਰਦੇਵ ਕਹਿਣ ਲੱਗੇ ਪਹਿਲਾ ਭਿਖਾਰੀ ਵਰਗੀ। ਭਿਖਾਰੀ ਕਿਸੇ ਦਾ ਗੁੱਸਾ ਮਨਾ ਕੇ ਕਦੇ ਆਪਣਾ ਕੰਮ ਭੀਖ ਮੰਗਣਾ ਨਹੀਂ ਛੱਡਦਾ। ਪਿਆਰੇ ਅਰਦਾਸ ਗੁਰਦੇਵ ਦੇ ਚਰਨਾਂ ਦੇ ਵਿੱਚ ਐਵੇਂ ਕਰੀ ਜਿਵੇਂ ਭਿਖਾਰੀ ਹੁੰਦਾ ਹੈ। ਗੁਰਦੇਵ ਦੇ ਚਰਨਾਂ ਤੇ ਇੰਜ ਢਾਈ ਜਿਵੇਂ ਕੂਕਰ ਆਪਣੇ ਮਾਲਕ ਦੇ ਦੁਆਰੇ ਬਹਿੰਦਾ ਹੈ। ਅਤੇ ਗੁਰਦੇਵ ਨੇ ਤੀਜਾ ਬਚਨ ਦ੍ਰਿੜ ਕਰਵਾਇਆ, ਪਿਆਰੇ ਪਾਇਨ ਕੀ ਪੰਨਹੀ ਰਹਿਤ ਪਰ ਹਰੀ ਪਰੀ, ਤਾਹੂ ਕਾਹੂ ਕਾਜ ਉਠ ਚਲਤ ਸਮਾਰ ਹੈ। ਜਿਵੇਂ ਮਾਲਕ ਘਰ 'ਚ ਵੜਦਾ, ਜਦੋਂ ਆਪਣੇ ਪੈਰ ਦੀ ਜੁੱਤੀ ਬਾਹਰ ਉਤਾਰ ਕੇ ਜਦੋਂ ਅੰਦਰ ਨੂੰ ਜਾਂਦਾ ਹੈ, ਜਿੰਨਾ ਚਿਰ ਉਹਦਾ ਮਾਲਕ ਵਾਪਸ ਆਉਂਦਾ ਨਹੀਂ, ਜੁੱਤੀ ਉਸ ਨੂੰ ਉਡੀਕਦੀ ਹੈ। ਗੁਰਦੇਵ ਕਹਿਣ ਲੱਗੇ ਇੰਨਾ ਸੂਖਸ਼ਮ ਆਪ ਨੂੰ ਕਰ ਲਈ, ਇੰਨਾ ਨਿਮਰਤਾ ਆਪ ਨੂੰ ਰੱਖੀ ਜਿਵੇਂ ਜੁੱਤੀ ਹੁੰਦੀ ਹੈ। ਗੁਰਦੇਵ ਜੀ ਨੇ ਤਿੰਨ ਬਚਨ ਦ੍ਰਿੜ ਕਰਵਾਏ, ਜਿਹਦੇ ਵਿੱਚ ਕਬੀਰ ਜੀ ਬਚਨ ਕਰਦੇ ਸੀ, ਪਿਆਰੇ ਜਦੋਂ ਆਪਣੇ ਮੁਰਸ਼ਦ ਅੱਗੇ ਅਰਦਾਸ ਕਰੇਗਾ ਉਦੋਂ ਆਪਣੇ ਮਨ ਨੂੰ ਹਾਥੀ ਦੀ ਤਰ੍ਹਾਂ ਲੈ ਕੇ ਅਰਦਾਸ ਨਾ ਕਰੀ, ਕਿਉਂਕਿ ਹਰ ਤਾਂ ਇੱਕ ਖੰਡ ਹੈ। ਕਹਿਣ ਲੱਗੇ ਰੱਬ ਜੀ ਬੜੇ ਹੀ ਮਿਸ਼ਠਾਨ ਰੂਪ ਖੰਡ ਨੇ ਜਿਹੜੇ ਸੰਸਾਰ ਰੂਪੀ ਰੇਤ ਵਿੱਚ ਬਿਖਰੇ ਹੋਏ ਨੇ। ਜੇ ਹਰੀ ਰੂਪੀ ਮਿਠਾਸ ਦਾ ਤੂੰ ਆਨੰਦ ਲੈਣਾ ਚਾਹੁੰਦਾ ਹੈ, ਬਿਰਤੀ ਅਰਦਾਸ ਕਰਨ ਵੇਲੇ ਆਪਣੀ ਕੀੜੀ ਵਰਗੀ ਰੱਖੀ, ਹਾਥੀ ਵਰਗਾ ਰੱਖ ਕੇ ਇਸ ਰੇਤੇ ਦੇ ਵਿੱਚੋਂ ਕਹਿਣ ਲੱਗੇ ਖੰਡ ਦੇ ਕਣ ਨਹੀਂ ਚੁਗ ਸਕਦਾ। ਬਚਨ ਸੀ ਹਰ ਹੈ ਖਾਂਡ, ਰੇਤ ਮੈਂ ਬਿਖਰੀ ਹਾਥੀ ਚੁਨੀ ਨਾ ਜਾਏ। ਕਹਿ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋਏ
ਕਹਿ ਖਾਈ। ਗੁਰਦੇਵ ਅੱਗੇ ਗੁਰੂ ਸਾਹਿਬ ਕਹਿਣ ਲੱਗੇ, ਜਦੋਂ ਵੀ ਅਰਦਾਸ ਕਰੇਗਾ ਅਰਪਣਾ ਕੀ ਹੈ? ਕੇਵਲ ਭੇਟ ਦੇ ਮਾਤਰ ਮਾਇਆ ਜਾਂ ਨਾਰੀਅਲ ਆਦਿਕ ਪ੍ਰਸ਼ਾਦ ਨਹੀਂ। ਕਹਿਣ ਲੱਗੇ, ਜਦੋਂ ਤੇਰੇ ਪਿਆਰੇ ਅੱਗੇ ਅਰਦਾਸ ਕਰੇਗਾ, ਸਭ ਤੋਂ ਪਹਿਲਾਂ ਜਿਹੜੀ ਇਹ ਪੂਜਾ ਦੀ ਸਮੱਗਰੀ ਹੈ, ਉਹ ਪੂਜਾ ਦੀ ਸਮੱਗਰੀ ਗੁਰਦੇਵ ਕਹਿਣ ਲੱਗੇ ਸੁਣ, ਉਸ ਤੋਂ ਬਾਅਦਾਂ ਤੂੰ ਅਰਦਾਸ ਕਰੀ। ਉਹ ਪੂਜਾ ਦੀ ਸਮੱਗਰੀ ਹੈ, ਤਨ ਮਨ ਅਰਪਉ ਪੂਜ ਚਰਾਵਉ ਗੁਰ ਪ੍ਰਸਾਦ ਨਿਰੰਜਨ ਪਾਵਉ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਫਿਰ ਜਦੋਂ ਹੁਕਮ ਮੰਨਿਆ, ਕਹਿਣ ਲੱਗੇ ਹੁਕਮ ਮੰਨੋ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਤਿੰਨ ਸਮੱਗਰੀ ਗੁਰਦੇਵ ਦੇ ਚਰਨਾਂ ਵਿੱਚ ਭੇਟ ਕਰਨੀ ਹੈ। ਤਨ, ਅਸਲ ਵਿੱਚ ਇਨਸਾਨ ਨੂੰ ਤਨ ਦਾ ਹਕਾਰ, ਜਵਾਨੀ ਦਾ ਹਕਾਰ ਹੁੰਦਾ ਹੈ। ਗੁਰਦੇਵ ਕਹਿਣ ਲੱਗੇ ਸਭ ਤੋਂ ਪਹਿਲਾਂ ਇਸ ਤਨ ਨੂੰ ਗੁਰਦੇਵ ਦੇ ਚਰਨਾਂ ਦੇ ਨਿਮਿਤ ਭੇਟ ਕਰ ਦੇ। ਫਿਰ ਜਿਹੜਾ ਮਨ ਟਿਕਦਾ ਨਹੀਂ ਕਿਸੇ ਪਾਸੇ, ਗੁਰਦੇਵ ਦੇ ਚਰਨਾਂ ਵਿੱਚ ਅਰਦਾਸ ਕਰਕੇ ਕਹਿਣ ਲੱਗੇ ਪਾਤਸ਼ਾਹ, ਪਹਿਲੇ ਤੇਰੇ ਚਰਨਾਂ ਦੇ ਵਿੱਚ ਤਨ ਭੇਟ ਕਰਦਾ ਹਾਂ, ਫਿਰ ਮਨ ਭੇਟ ਕਰਦਾ ਹਾਂ। ਜਿਹੜਾ ਧਨ ਹੈ ਗੁਰਦੇਵ ਉਹ ਵੀ ਤੇਰਾ, ਤਿੰਨੇ ਦੀ ਤਿੰਨੇ ਸਮੱਗਰੀਆਂ ਭੇਟ ਕਰਦਾ ਹਾਂ, ਸਭ ਕੁਝ ਤੈਨੂੰ ਸੌਂਪਦਾ ਹਾਂ। ਗੁਰਦੇਵ ਕਹਿਣ ਲੱਗੇ ਹੁਣ ਫਿਰ ਹੁਕਮ ਮੰਨ। ਜਦੋਂ ਹੁਕਮ ਮੰਨੇਗਾ ਅਸਲ ਵਿੱਚ ਬਾਣੀ ਉਦੋਂ ਹੀ ਹਿਰਦੇ ਵਸਣੀ ਹੈ। ਅਰਦਾਸ ਦਾ ਸ਼ਬਦ ਗੁਰਦੇਵ ਨੇ ਦ੍ਰਿੜ ਕਰਵਾਇਆ, ਜਿਹਦੇ ਵਿੱਚ ਗੁਰੂ ਜੀ ਆਪ ਜੀ ਅੰਤਰਜਾਮੀ, ਆਪ ਜੀ ਰਖਵਾਲੇ, ਆਪ ਜੀ ਦਾਤੇ, ਦੁਨੀਆ ਦੇ ਸਹਾਰੇ ਵਿਸਰ ਸਕਦੇ। ਗੁਰਦੇਵ ਤੇਰਾ ਹੀ ਸਹਾਰਾ ਕੇਲ ਬਚਦਾ ਹੈ। ਸਿੱਖ ਤੇਰੇ ਚਰਨਾਂ ਵਿੱਚ ਹੀ ਅਰਦਾਸ ਬੇਨਤੀ ਪਿਆ ਕਰਦਾ ਹੈ। ਹੁਣ ਮੌਸਮ ਫਾਨੀ ਅਰਦਾਸ ਬੇਨਤੀ ਵਿੱਚ ਜਦੋਂ ਵੀ ਬੇਬਲਤਾ ਨਾਲ ਤੇਰੇ ਮੁਰਸ਼ਦ ਅੱਗੇ ਗੁਰਦੇਵ ਕਹਿਣ ਲੱਗੇ ਅਰਦਾਸ ਕਰੇਗਾ, ਅਰਦਾਸ ਕਰਨ ਲੱਗੇ ਰੰਚਕ ਮਾਤਰ ਵੀ ਤੇਰੇ ਹਿਰਦੇ ਅੰਦਰ ਆ ਨਹੀਂ ਹੋਣਾ ਚਾਹੀਦਾ ਵੀ ਆ ਮੈਂ ਕਰ ਰਹੇ ਹਾਂ। ਉਹਦੇ ਵਿੱਚ ਵੀ ਹੋ ਸਕਦਾ ਹੈ ਗੁਰਦੇਵ ਜੀ ਜੋ ਮੈਂ ਬੇਨਤੀ ਕਰਦਾ ਪਿਆ ਹਾਂ, ਬੇਨਤੀ ਕਰਨ ਦਾ ਬਲ ਵੀ ਤੁਸੀਂ ਹੀ ਦਿੱਤਾ ਹੈ। ਜਿਵੇਂ ਹੁਣ ਮੌਸਨ ਫਾਨੀ ਨੇ, ਮੌਸਨ ਫਾਨੀ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਹਰਗੋਬਿੰਦ ਰਾਏ ਸਾਹਿਬ ਜੀ ਦੇ ਸਮਕਾਲੀ ਨੇ। ਆ ਕਹਿਣ ਲੱਗੇ ਮੈਂ ਤੱਕਿਆ, ਮੈਂ ਸੁਣਿਆ, ਮੈਂ ਦੇਖਿਆ ਹੈ। ਇੱਕ ਵਾਰੀ ਕਹਿਣ ਲੱਗੇ ਇੱਕ ਮਾਈ ਗੁਰਦੇਵ ਦੇ ਚਰਨਾਂ ਅੰਦਰ ਆਈ। ਗੁਰਦੇਵ ਜੀ ਦੀਵਾਨ ਵਿੱਚ ਨੇ, ਸੰਗਤ ਨੂੰ ਉਪਦੇਸ਼ ਪਏ ਦਿੰਦੇ ਨੇ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਕਹਿਣ ਲੱਗੇ ਉੱਥੇ ਸੁਭਾਏਮਾਨ ਨੇ। ਉਸ ਮਾਈ ਦੇ ਕੋਈ ਸੰਤਾਨ ਨਹੀਂ। ਸੰਤਾਨ ਦੀ ਅਰਦਾਸ ਲੈ ਕੇ ਸਾਰੇ ਪੱਖੋਂ ਗਈ। ਹੁਣ ਜਦੋਂ ਅਰਦਾਸ ਕੀਤੀ ਹੈ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਅੱਗੇ, ਕਹਿਣ ਲੱਗੇ ਸਤਿਗੁਰੂ ਬੱਚੇ ਦੀ ਦਾਤ ਬਖਸ਼ੋ। ਤੇ ਗੁਰਦੇਵ ਨੇ ਕਿਹਾ, ਕਹਿਣ ਲੱਗੇ ਮਾਈ ਤੇਰੇ ਕਰਮਾਂ ਦੇ ਅੰਦਰ ਜਿਹੜੇ ਲੇਖੇ ਨੇ ਉਸ ਲੇਖੇ ਵਿੱਚ ਸੰਤਾਨ ਨਹੀਂ। ਅਰਦਾਸ ਦਾ ਫਲ ਸਮਝਿਓ ਵੀ ਇੱਕ ਬੇਬਲਤਾ ਨਾਲ ਅਰਦਾਸ ਕੀਤੀ ਹੋਈ, ਤਨ ਮਨ ਧਨ ਸਭ ਸੌਂਪ ਗੁਰ ਕੋ ਜਦੋਂ ਅਰਦਾਸ ਕਰਦੇ ਆ, ਅਸਲ ਵਿੱਚ ਜਿਹੜੀਆਂ ਚੀਜ਼ਾਂ ਲੇਖੇ ਵਿੱਚ ਨਹੀਂ ਹੁੰਦੀਆਂ ਗੁਰਦੇਵ ਉਹ ਵੀ ਲਿਖ ਦਿੰਦੇ ਨੇ। ਜਦੋਂ ਅਰਦਾਸ ਕੀਤੀ ਗੁਰਦੇਵ ਜੀ ਅੱਗੋਂ ਬੋਲੇ, ਕਹਿਣ ਲੱਗੇ ਮਾਈ ਤੇਰੇ ਲੇਖੇ ਵਿੱਚ, ਤੇਰੇ ਕਰਮਾਂ ਦੇ ਵਿੱਚ ਸੰਤਾਨ ਨਹੀਂ। ਇੰਨੀ ਗੱਲ ਜਦੋਂ ਸੁਣੀ ਅੱਖਾਂ ਵਿੱਚ ਉਸ ਮਾਈ ਦੇ ਅਥਰੂ ਨੇ ਪਾਣੀ ਹੈ। ਗੁਰਦੇਵ ਵੱਲ ਪਿੱਠ ਕਰਕੇ ਹੁਣ ਉਸ ਦੀਵਾਨ ਤੋਂ ਜਦੋਂ ਚੱਲੀ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਉਹਨਾਂ ਨੇ ਮਾਈ ਨੂੰ ਰੋਕਿਆ। ਕਹਿਣ ਲੱਗੇ ਮਾਈ ਇਸ ਦਰ ਤੇ ਰੋਂਦੇ ਤਾਂ ਸਾਰੇ ਆਉਂਦੇ ਆ, ਜਦੋਂ ਇੱਥੋਂ ਮੁੜ ਕੇ ਜਾਂਦੇ ਸਾਰੇ ਹੱਸਦੇ ਹੀ ਜਾਂਦੇ ਆ। ਪਹਿਲੀ ਤੈਨੂੰ ਦੇਖੀ ਹੈ ਜਿਹੜਾ ਆਈ ਵੀ ਰੋਂਦੀ ਸੀ ਅਤੇ ਜਾਣ ਲੱਗੀ ਵੀ ਰੋਈ ਜਾਂਦੀ, ਕੀ ਗੱਲ ਹੈ? ਉਹ ਆਪਣੇ ਪੱਲੇ ਦਾ ਨਾਲ ਆਪਣਾ ਅੱਖਾਂ ਪੂੰਝਦੀ ਹੈ।
ਮਾਈ ਕੀ ਗੱਲ? ਉਹਨੇ ਕਹਿਣ ਲੱਗੇ, ਮਾਈ ਨੇ ਜਵਾਬ ਦਿੱਤਾ, ਕਹਿਣ ਲੱਗੇ ਗੁਰਦੇਵ ਕੋਲੇ ਆਸ ਲੈ ਕੇ ਗਈ ਸਾਂ, ਅਰਦਾਸ ਲੈ ਕੇ ਗਈ ਸਾਂ, ਪਰ ਗੁਰਦੇਵ ਨੇ ਕਿਹਾ ਤੇਰੇ ਕਰਮਾਂ ਵਿੱਚ ਹੀ ਨਹੀਂ, ਤੇ ਇਸ ਕਰਕੇ ਕਹਿਣ ਲੱਗੇ ਮੈਂ ਵਾਪਸ ਜਾਣ ਲੱਗੀ। ਭਾਈ ਗੁਰਦਾਸ ਜੀ ਬੋਲੇ, ਮਾਈ ਜਿਸ ਗੁਰੂ ਅੱਗੇ ਅਰਦਾਸ ਕੀਤੀ ਹੈ ਅਸਲ ਵਿੱਚ ਬੇਬਲਤਾ ਨਾਲ ਅਰਦਾਸ ਕਰ, ਗੁਰੂ ਸਮਰੱਥ ਹੈ। ਜਦੋਂ ਵੀ ਗੁਰਦੇਵ ਕੀ ਬੋਲੇ, ਕਹਿਣ ਲੱਗੇ ਗੁਰਦੇਵ ਨੇ ਆ ਕਿਹਾ ਤੇਰੇ ਕਰਮਾਂ ਵਿੱਚ ਨਹੀਂ, ਤੇਰੇ ਲੇਖੀ ਅੰਦਰ ਨਹੀਂ। ਫਿਰ ਸੂਝ ਬਖਸ਼ੀ ਮਾਈ ਨੂੰ, ਕਿਉਂਕਿ ਜਿਹੜੀ ਸੰਗਤ ਮਿਲਦੀ ਹੈ ਅਸਲ ਵਿੱਚ ਜ਼ਿਆਦਾ ਪ੍ਰਭਾਵ ਅਰਦਾਸ ਕਰਨ ਦਾ ਜਿੱਥੋਂ ਆਪਾਂ ਸਿੱਖਦੇ ਆ ਸੰਗਤ ਤੋਂ ਜ਼ਿਆਦਾ ਮਿਲਦਾ ਹੈ ਜੀ। ਉਹ ਸਿੱਖ ਨੇ ਕਿਹਾ, ਕਹਿਣ ਲੱਗੇ ਮਾਈ ਗੁਰਦੇਵ ਅੱਗੇ ਅਰਦਾਸ ਕਰੀ, ਗੁਰਦੇਵ ਜੇ ਨਹੀਂ ਲਿਖਿਆ ਤੇ ਲੇਖੇ ਦਾ ਦਾਤਾ ਤਾਂ ਤੂੰ ਹੀ ਹੈ, ਤੂੰ ਹੀ ਲਿਖ ਦੇ। ਨਾਨਕ ਨਿਰੰਕਾਰ ਹੈ, ਨਾਨਕ ਦੀ ਜੋਤ ਹੀ ਹਰਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਭਾਗ ਲੱਗਣਗੇ। ਤਨ ਮਨ ਧਨ ਤਿੰਨੇ ਚੀਜ਼ ਅਰਪ ਕੇ ਹਕਾਰ ਨੂੰ ਕੁਚਲ ਕੇ, ਭਾਈ ਗੁਰਦਾਸ ਜੀ ਦੇ ਬਚਨ ਪੜ੍ਹੇ ਸੀ, ਤਿੰਨੇ ਚੀਜ਼ ਦ੍ਰਿੜਾਂ ਕਰੀ ਭਿਖਾਰੀ ਵਾਂਗੂ, ਕਹਿਣ ਲੱਗੇ ਇੰਨਾ ਢੀਠ ਹੋਈ, ਇਸ ਦਰ ਤੇ ਜੇ ਚੀਜ਼ ਔਖਾ ਕਰਕੇ ਮਿਲਦੀ ਹੈ, ਕਹਿਣ ਲੱਗੇ ਪਾਵੋ ਦਾਨ ਢੀਠ ਹੋਏ ਮੰਗੋ, ਢੀਠ ਹੋ ਜੀ ਮਾਈ। ਦੂਜੀ ਗੱਲ ਗੁਰਦੇਵ ਜੀ ਨੇ ਭਾਈ ਗੁਰਦਾਸ ਜੀ ਨੇ ਬਚਨ ਕੀਤਾ ਕੂਕਰ ਦੀ ਨਿਆਈ, ਤੀਜਾ ਬਚਨ ਕੀਤਾ ਜੁੱਤੀ ਦੀ ਨਿਆਈ, ਕਹਿਣ ਲੱਗੇ ਇੰਨਾ ਸੂਖਸ਼ਮ ਤੇ ਇੰਨਾ ਇਨਸਾਨ ਨੂੰ ਨੀਵਾ ਹੋਣਾ ਪੈਂਦਾ ਤਾਂ ਲੇਖੇ ਬਦਲੇ ਜਾਂਦੇ ਨੇ। ਦੂਜਾ ਦਿਨ ਹੋਇਆ, ਗੁਰਦੇਵ ਜੀ ਘੋੜੇ ਪਰ ਸਵਾਰ ਅਤੇ ਮਾਈ ਅੱਗੇ ਖੜੀ ਹੋਈ ਹੈ। ਘੋੜੇ ਦੀ ਦੋਨੇ ਹੀ ਲਗਾਮਾਂ ਉਸ ਮਾਈ ਨੇ ਪਕੜ ਲਈਆਂ ਅਤੇ ਜਿਹੜਾ ਉਸ ਦਾ ਅਰਦਾਸ ਕਰਨ ਦਾ ਢੰਗ ਸੀ ਉਹ ਕੁਝ ਵੱਖਰਾ ਹੀ ਸੀ। ਉਸ ਸਮੇਂ ਜਦੋਂ ਅਰਦਾਸ ਕੀਤੀ, ਕਿਉਂਕਿ ਜਦੋਂ ਬੇਬਲਤਾ ਨਾਲ ਅਰਦਾਸ ਕੀਤੀ ਹੋਈ ਹੈ, ਗੁਰਦੇਵ ਜਿਹੜੇ ਨੇ ਨਾ ਸਦਾ ਹੀ ਰਹਿਮਤਾਂ ਦੇ ਭੰਡਾਰ ਨੇ, ਰਹਿਮਤਾਂ ਵਰਸਾਉਂਦੇ ਨੇ। ਅਸਲ ਵਿੱਚ ਜਦੋਂ ਰਹਿਮਤ ਵਾਲਾ ਭਾਂਡਾ ਸਾਡਾ ਬਣ ਜਾਂਦਾ ਹੈ ਨਾ, ਗੁਰਦੇਵ ਉਦੋਂ ਨਾਲ ਦੀ ਨਾਲ ਉਹਨੂੰ ਭਰ ਦਿੰਦੇ ਨੇ। ਰਹਿਮਤ ਦਾ ਭਾਂਡਾ ਉਨਾ ਚਿਰ ਨਹੀਂ ਭਰਦਾ ਜਿੰਨਾ ਚਿਰ ਸਾਡਾ ਮਨ ਸੂਖਸ਼ਮ ਨਹੀਂ ਹੁੰਦਾ। ਮਾਈ ਨੇ ਅਰਦਾਸ ਕੀਤੀ, ਘੋੜੇ ਦੀ ਲਗਾਮਾਂ ਹੱਥਾਂ ਨਾਲ ਪਕੜੀਆਂ ਹੋਈਆਂ ਨੇ, ਅਰਦਾਸ ਕੀਤੀ ਸਤਿਗੁਰੂ ਸੋਹਣੀਏ ਦਾੜੀਏ ਚਿੱਟੀਏ ਪੱਗੇ, ਅਰਜ ਕਰੇਂਦੀਆਂ ਗੁਰੂ ਹਰਗੋਬਿੰਦ ਦੇ ਅੱਗੇ, ਨਾਮ ਸੁਲੱਖਣੀ ਪਿੰਡ ਮੇਰਾ ਚੱਬੇ, ਮੈਂ ਅਫਲ ਜਾਂਦੀ ਨੂੰ ਕੋਈ ਤਾਂ ਫਲ ਲੱਗੇ। ਸਤਿਗੁਰੂ ਮੇਰੇ ਤੇ ਕਿਰਪਾ ਕਰ, ਤੇਰੀ ਦਾੜੀ ਬੜੀ ਸੋਹਣੀ ਹੈ, ਵਡਿਆਈ ਕਰਦੀ। ਸਤਿਗੁਰੂ ਸੋਹਣੀਏ ਦਾੜੀਏ ਚਿੱਟੀਏ ਪੱਗੇ, ਅਰਜ ਕਰੇਂਦੀਆਂ ਗੁਰੂ ਹਰਗੋਬਿੰਦ ਦੇ ਅੱਗੇ, ਨਾਮ ਸੁਲੱਖਣੀ ਪਿੰਡ ਮੇਰਾ ਚੱਬੇ, ਮੈਂ ਅਫਲ ਜਾਂਦੀ ਨੂੰ ਕੋਈ ਤਾਂ ਫਲ ਲੱਗੇ। ਸਤਿਗੁਰੂ ਜੀ ਅਫਲ ਸੰਸਾਰ ਤੋਂ ਚਲੀ ਜਾਵਾਂਗੀ, ਕੁੱਖ ਵਾਂਝੀ ਰਹਿ ਜਾਏਗੀ, ਕਿਰਪਾ ਕਰਦੇ ਮੇਰੇ ਤੂੰ ਲੇਖੇ ਦਾ ਦਾਤਾ ਹੈ। ਗੁਰਦੇਵ ਜੀ ਮੌਸਨ ਫਾਨੀ ਕਹਿਣ ਲੱਗੇ, ਅਸਲ ਵਿੱਚ ਗੁਰਦੇਵ ਦੀ ਇੰਨੀ ਜਦੋਂ ਕਿਰਪਾ ਹੋਈ ਤੇ ਉਸ ਮਾਈ ਦੇ ਘਰੇ 7 ਪੁੱਤਰਾਂ ਦਾ ਜਨਮ ਹੋਇਆ ਹੈ। ਕਹਿਣ ਲੱਗੇ ਜਦੋਂ ਵੀ ਅਰਦਾਸ ਬੇਬਲਤਾ ਨਾਲ ਕਰੇਗਾ, ਤਨ ਮਨ ਧਨ ਇਹਨਾਂ ਚੀਜ਼ਾਂ ਦਾ ਹਕਾਰ ਤਿੰਨਾਂ ਦਾ ਛੱਡਣਾ ਪਏਗਾ। ਤਨ ਦਾ ਛੱਡੀ, ਜਿਸ ਦੇ ਤਨ ਦੀ ਕਹਿਣ ਲੱਗੇ ਮਦਦ ਦੇ ਨਾਲ ਤੂੰ ਅਰਦਾਸ ਪਿਆ ਕਰਦਾ ਹੈ, ਆ ਤਨ ਵੀ ਗੁਰਦੇਵ ਦਾ ਦਿੱਤਾ, ਪਹਿਲਾਂ ਆਹ ਦ੍ਰਿੜ ਕਰ ਲਈ। ਗੁਰਦੇਵ ਜੀ ਬਚਨ ਅਰਦਾਸ ਦੇ ਵਿੱਚ ਹੈ, ਅਰਦਾਸ 4 ਅੱਖਰਾਂ ਦਾ ਜਿਹੜਾ ਲਫ਼ਜ਼ ਹੈ, ਇਹਦੇ ਵਿੱਚ ਗੁਰਦੇਵ ਕਹਿਣ ਲੱਗੇ ਪੰਛੀ ਦੀ ਅਰਦਾਸ ਵੀ ਇੱਕ ਪ੍ਰਵਾਨਿਤ ਹੈ। ਪੰਛੀ ਕੋਈ ਅਰਦਾਸ ਕਰੇ, ਕਿਉਂਕਿ ਅੰਤਰਜਾਮੀ ਜਿਹੜਾ ਹੈ ਉਹ ਕੇਵਲ ਮਨੁੱਖ ਦਾ ਨਹੀਂ, ਜੀਵ ਜੰਤੂ ਸਾਰਿਆਂ ਦਾ ਹੀ ਹੈ। ਗੁਰਦੇਵ ਜੀ ਹਰ ਚੀਜ਼ ਦ੍ਰਿੜ ਪਏ ਕਰਵਾਉਂਦੇ ਨੇ। ਡਾਕਟਰ ਗੰਗਾ ਸਿੰਘ ਪ੍ਰੋਫੈਸਰ ਹੋਏ ਨੇ, ਜਿਨ੍ਹਾਂ ਨੇ ਇੱਕ ਬੇਬਲਤਾ ਦੀ ਅਰਦਾਸ ਦੇ ਉੱਤੇ ਕੁਝ ਕੁ ਸ਼ਬਦ ਦਾ ਪ੍ਰਮਾਣ ਉਹ ਦਿੰਦੇ ਨੇ। ਕਹਿਣ ਲੱਗੇ ਪਿਆਰੇ,
ਜਦੋਂ ਇਨਸਾਨ ਅਸਲ ਵਿੱਚ ਸਾਰੇ ਪਾਸਿਓਂ ਹਾਰ ਜਾਂਦਾ ਹੈ, ਉਦੋਂ ਅਰਦਾਸ ਦਾ ਕੁਝ ਲਫ਼ਜ਼ ਸਮਝ ਆਉਣ ਲੱਗ ਪੈਂਦਾ ਹੈ। ਅਸਲ ਵਿੱਚ ਸਾਰੇ ਪਾਸਿਓਂ ਹਾਰਿਆ ਆਪ ਨੂੰ ਸਮਝੀ ਜਦੋਂ ਵੀ ਅਰਦਾਸ ਕਰੇਗਾ। ਆ ਜੁੜੀ ਵਿਚਾਰ ਪਿਛਲੇ ਦਿਨਾਂ ਕਈ ਦਿਨ ਪਹਿਲਾਂ ਵੀ ਅਰਜ਼ ਕਰੀ ਸੀ, ਪਰ ਅਰਜ਼ ਅਰਦਾਸ ਦਾ ਜਿਹੜਾ ਲਫ਼ਜ਼ ਹੈ ਉਸ ਨੂੰ ਸਮਝਣ ਮਾਰੇ ਗੁਰਦੇਵ ਦੀ ਓਟ ਲੈ ਕੇ ਉਹ ਸ਼ਬਦ ਫੇਰ ਦੋਹਰ ਨਾਲ ਪੜ੍ਹਨਾ ਪਏਗਾ। ਪ੍ਰੋਫੈਸਰ ਗੰਗਾ ਸਿੰਘ ਕਹਿਣ ਲੱਗੇ ਸ਼ਿਕਾਰੀ ਹੈ, ਸ਼ਿਕਾਰੀ ਨੇ ਆਪਣੇ ਹੱਥ ਤੇ ਇੱਕ ਬਾਜ ਬਿਠਾਇਆ, ਜਿਹੜਾ ਬਾਜ ਪੜਾਇਆ ਹੋਇਆ ਸੀ ਉਸ ਦਾ। ਪਿਛਲੇ ਦਿਨਾਂ ਅੰਦਰ ਦ੍ਰਿੜ ਕਰਿਆ ਗੁਰਦੇਵ ਤੋਂ ਵੀ ਹਿਰਨ ਅਤੇ ਬਾਜ ਕਹਿਣ ਲੱਗਿਆ ਜਿਆਦੇ ਸਿਖਾਏ ਵਿੱਚ ਆਉਂਦੇ ਨੇ। ਇਹਨਾਂ ਦੇ ਝਾਂਸੇ ਦਾ ਨਾਲ ਹਿਰਨ ਦੇ ਪਿੱਛੇ ਲੱਗਿਆ ਹੋਇਆ ਇੱਕ ਹਿਰਨ ਸਿਖਾਇਆ ਹੋਇਆ। ਹਿਰਨ ਦੀ ਡਾਰਾਂ ਵਿੱਚ ਜਦੋਂ ਜਾਂਦਾ ਹੈ ਉਹ ਕਈ ਹਿਰਨਾਂ ਦੀਆਂ ਡਾਰਾਂ ਆਪਣੇ ਪਿੱਛੇ ਲੈ ਜਾਂਦਾ ਹੈ। ਇੱਕ ਹਿਰਨ ਸ਼ਿਕਾਇਆ ਹੈ ਕਹਿਣ ਲੱਗੇ ਸ਼ਿਕਾਰੀ ਦਾ, ਦੂਜੇ ਹਿਰਨਾਂ ਦੀਆਂ ਡਾਰਾਂ ਉਹਦੇ ਪਿੱਛੇ ਚੱਲਦੀਆਂ ਨੇ। ਜਦੋਂ ਸ਼ਿਕਾਰੀ ਦੇਖਦਾ ਹੈ ਮੇਰਾ ਹਿਰਨ ਅੱਗੇ, ਉਸ ਨੂੰ ਮਾਰਦਾ ਨਹੀਂ ਅਤੇ ਜਿਹੜੇ ਉਸ ਦੀਆਂ ਪਿਛਲੀਆਂ ਡਾਰਾਂ ਹੁੰਦੀਆਂ ਨੇ ਉਹਨਾਂ ਨੂੰ ਉਹ ਛੁੱਲੀ ਕਰ ਦਿੰਦਾ ਹੈ, ਕਿਉਂਕਿ ਅਗਲਾ ਸਿਖਾਇਆ। ਪ੍ਰੋਫੈਸਰ ਗੰਗਾ ਜੀ ਕਹਿਣ ਲੱਗੇ ਹੱਥਾਂ ਵਿੱਚ ਜੋ ਹੱਥਾਂ ਦੇ ਉੱਪਰ ਜਿਹੜਾ ਉਸ ਸ਼ਿਕਾਰੀ ਨੇ ਕਹਿਣ ਲੱਗੇ ਬਾਜ ਸਿਖਾਇਆ ਹੋਇਆ ਹੈ ਅਤੇ ਕੀ ਤੱਕਿਆ, ਕਬੂਤਰ ਤੇ ਨਿਗਾਹ ਪਈ। ਕਹਿਣ ਲੱਗੇ ਇਸ ਕਬੂਤਰ ਦਾ ਕਰਨਾ ਹੈ ਸ਼ਿਕਾਰ। ਬਾਤ ਹੋ ਰਹੀ ਹੈ ਕੇਵਲ ਅੱਜ ਅਰਦਾਸ ਦੀ। ਜਦੋਂ ਬੇਬਲਤਾ ਨਾਲ ਅਰਦਾਸ ਕੋਈ ਕਰਦਾ ਹੈ ਉਸ ਗੁਰਦੇਵ ਦੇ ਚਰਨਾਂ ਵਿੱਚ ਪ੍ਰਮਾਣਿਤ ਹੈ। ਹੁਣ ਜਦੋਂ ਚੱਲੇ ਬਾਜ ਨੂੰ ਉਡਾਇਆ, ਬਾਜ ਨੂੰ ਆ ਸਿਖਾਇਆ ਗਿਆ ਸੀ ਮੈਂ ਕਬੂਤਰ ਦਾ ਸ਼ਿਕਾਰ ਕਰੂੰਗਾ, ਮੈਂ ਜਿਹੜਾ ਤੀਰ ਸਾਧੂੰਗਾ ਕਬੂਤਰ ਦੇ ਉੱਤੇ, ਥੱਲੋਂ ਇੱਥੇ ਮੇਰੀ ਵਾਰ ਜਿਹੜੀ ਹੈ ਪੱਥੇ ਵਿੱਚ ਤੀਰ ਕੱਢਿਆ, ਕਬਾਣ ਵਿੱਚ ਪਾਇਆ। ਕਹਿਣ ਲੱਗੇ ਮਾਰਨ ਲਈ ਤਿਆਰ ਹੈ। ਥੱਲੋਂ ਸ਼ਿਕਾਰੀ ਸ਼ਿਕਾਰ ਕਰਨ ਵਾਸਤੇ ਕਹਿਣ ਲੱਗੇ ਤੀਰ ਇਹਨੇ ਕਬਾਣ ਵਿੱਚ ਲਾ ਲਿਆ। ਉੱਤੇ ਉੱਡਦਾ ਹੈ ਬਾਜ ਕਬੂਤਰ ਵਿਚਾਲੇ। ਉਸ ਪੰਛੀ ਨੇ ਅਰਦਾਸ ਕਰੀ, ਉੱਪਰ ਜਦੋਂ ਤੱਕਦਾ ਹੈ ਤੇ ਬਾਜ ਝਪਟਣ ਲਈ ਆ ਰਿਹਾ। ਕੁਝ ਛਣਾਂ ਦੀ ਗੱਲ, ਅੱਖ ਫੁਰਕਣ ਜਿਹਾ ਸਮੇਂ ਦੇ ਵਿੱਚ ਉੱਤੋਂ ਜਦੋਂ ਤੱਕਿਆ ਕਹਿਣ ਲੱਗੇ ਉਹ ਬਾਜ ਬੜੀ ਤੇਜ਼ੀ ਨਾਲ ਥੱਲੇ ਆਉਂਦਾ ਪਿਆ ਝਪਟਣ ਵਾਸਤੇ ਕਬੂਤਰ ਨੂੰ, ਅਤੇ ਥੱਲੇ ਜਿਹੜਾ ਹੈ ਸ਼ਿਕਾਰੀ ਉਹ ਕਬਾਣ ਵਿੱਚ ਤੀਰ ਪਾ ਕੇ ਉਸ ਨੂੰ ਮਾਰਨ ਦਾ ਸੋਚ ਰਿਹਾ ਹੈ ਵੀ ਇਹਦਾ ਸ਼ਿਕਾਰ ਕਰ ਲੈਣਾ। ਦੋਨੇ ਪਾਸੇ ਫਸ ਗਿਆ। ਅਸਲ ਵਿੱਚ ਜਦੋਂ ਇਨਸਾਨ ਚਾਰੇ ਪਾਸਿਓਂ ਘਿਰਦਾ ਹੈ ਅਰਦਾਸ ਲਫ਼ਜ਼ ਹੀ ਉਦੋਂ ਚੇਤੇ ਆਉਂਦਾ ਹੈ। ਗੁਰਦੇਵ ਜੀ ਕਹਿਣ ਲੱਗੇ ਪਿਆਰੇ ਜਿਹੜਾ ਅਰਦਾਸ ਲਫ਼ਜ਼ ਹੈ ਤੈਨੂੰ ਸੁੱਖ ਵੇਲੇ ਵੀ ਚੇਤੇ ਆਉਣਾ ਚਾਹੀਦਾ ਹੈ, ਦੁੱਖ ਵੇਲੇ ਤਾਂ ਚੇਤੇ ਮੱਲੋ ਮੱਲੀ ਹੀ ਆਉਂਦਾ ਹੈ, ਸੁੱਖ ਵੇਲੇ ਵੀ ਚੇਤੇ ਆਉਣਾ ਚਾਹੀਦਾ ਹੈ। ਕਹਿਣ ਲੱਗੇ ਦੋਨੇ ਪਾਸਿਓਂ ਜਦੋਂ ਘਿਰ ਗਿਆ, ਉੱਪਰ ਬਾਜ ਥੱਲੇ ਸ਼ਿਕਾਰੀ, ਕੋਈ ਦੌੜਨ ਲਈ ਜਗ੍ਹਾ ਨਹੀਂ। ਕਹਿਣ ਲੱਗੇ ਪ੍ਰੋਫੈਸਰ ਗੰਗਾ ਸਿੰਘ ਉਹਦੇ ਮਨੋਂ ਇੱਕ ਪੰਛੀ ਦੇ ਮਨੋਂ ਵੀ ਅਰਦਾਸ ਨਿਕਲੀ। ਕਹਿਣ ਲੱਗੇ ਉਡੇ ਜਾਣੇ ਕੀ ਬਾਤ ਸੁਜਾਨ ਕਹੂੰ, ਨਰ ਕਾਢ ਕਮਾਨ ਕੀਆ ਸਰ ਰੇ। ਕਹਿਣ ਲੱਗੇ ਉਹਨੇ ਤਾਂ ਕਬਾਣ ਵਿੱਚ ਤੀਰ ਲਾ ਲਿਆ ਪੱਥੇ ਵਿੱਚੋਂ ਕੱਢ ਕੇ। ਕਬੂਤਰ ਦੀ ਨਿਆਈ ਉਹ ਬੋਲਦੇ ਨੇ ਪ੍ਰੋਫੈਸਰ ਗੰਗਾ ਸਿੰਘ ਕਹਿੰਦੇ ਉਹਨੇ ਅਰਦਾਸ ਕਰੀ। ਕਹਿਣ ਲੱਗੇ ਤੇਰੇ ਉੱਪਰ ਬਾਜ ਉੜੇ, ਵਹਾਂ ਕਵਨ ਸਹਾਈ ਬਿਨਾ ਹਰ ਰੇ। ਕਹਿਣ ਲੱਗੇ ਉੱਪਰ ਬਾਜ ਹੈ, ਥੱਲੇ ਸ਼ਿਕਾਰੀ ਹੈ, ਬਿਨਾ ਹਰ ਤੋਂ ਹੁਣ ਸਹਾਈ ਹੀ ਕੌਣ ਹੈ, ਜਿੰਨਾ ਮਰਜੀ ਬਲ ਵਾਲਾ। ਪਰ ਉੱਥੇ ਦੋਨੇ ਪਾਸੇ ਘਿਰ ਗਿਆ। ਕਹਿੰਦੇ ਕਰਾਂ ਤੇ ਕਰਾਂ ਕੀ। ਉਡੇ ਜਾਣੇ ਕੀ ਬਾਤ ਸੁਜਾਨ ਕਹੂੰ, ਨਰਕਾਡ ਕਮਾਨ ਕੀਆ ਸਰ ਰੇ। ਤੇਰੇ ਉੱਪਰ ਬਾਜ ਉੜੇ, ਵਹਾਂ ਕੌਣ ਸਹਾਈ ਬਿਨਾ ਹਰ ਰੇ। ਫਿਰ ਉਹਨੇ ਬੇਨਤੀ ਕੀਤੀ ਗੁਰਦੇਵ ਮੈਨੂੰ ਬਚਾ, ਅਸਲ ਵਿੱਚ ਤੁਸੀਂ ਅੰਤਰਜਾਮੀ ਹੋ। ਅੱਜ ਅੰਤਰਜਾਮੀ ਮੇਰੀ ਅੰਦਰ ਦੀ ਵੀ ਸਮਝ ਲੈ, ਮੇਰੀ ਅਰਦਾਸ ਬੇਨਤੀ ਕਰ ਲੈ, ਪ੍ਰਵਾਨ ਕਰ। ਅਸਲ ਵਿੱਚ ਗੱਲ ਆਪਾਂ ਪੰਛੀ ਦੀ ਕਰ ਰਹੇ ਹਾਂ, ਲਿਆਉਣੀ ਆਪਾਂ ਜਿੰਦੜੀ ਸਰੀਰ ਅਰਦਾਸ ਕਰਨ ਦਾ ਢੰਗ ਹੀ ਸਿੱਖਣਾ ਹੈ। ਗੁਰਦੇਵ ਨੇ ਜਦੋਂ ਕਹਿਣ ਲੱਗੇ ਅਰਦਾਸ ਬੇਨਤੀ ਉਸ ਦੀ ਪ੍ਰਵਾਨ ਹੋਈ। ਕਹਿਣ ਲੱਗੇ ਨਰ ਚਾਹਤ ਕਛ ਔਵਰੈ ਕੀ ਔਵਰੈ ਭਈ, ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗੱਲ ਪਰੀ।
ਹੁਣ ਉਹਦੇ ਕੋਲ ਜਿਹੜਾ ਤਨ ਸੀ ਕਬੂਤਰ ਦਾ ਉਹ ਵਾਕਈ ਅਰਪ ਦਿੱਤਾ ਸੀ। ਕਹਿਣ ਲੱਗੇ ਗੁਰਦੇਵ ਇਹਨੇ ਥੱਲੇ ਨੇ ਮਾਰ ਕੇ ਤੀਰ ਤਨ ਛੱਲੀ ਕਰਨਾ ਹੈ, ਉਤਲੇ ਬਾਜ ਨੇ ਸਰੀਰ ਨੂੰ ਝਪਟ ਲੈਣਾ ਹੈ। ਹੁਣ ਤੇਰੇ ਬਿਨਾ ਕੋਈ ਸਹਾਈ ਨਹੀਂ ਦਿਸਦਾ, ਤੂੰ ਆਪ ਹੀ ਕਿਰਪਾ ਕਰ। ਜਦੋਂ ਰਹਿਮਤਾਂ ਦੇ ਘਰ ਅੰਦਰ ਵਾਕਈ ਨਿਰੰਕਾਰ ਆਉਂਦਾ ਹੈ, ਕਹਿਣ ਲੱਗੇ ਫਿਰ ਉਸਨੇ ਉੱਥੇ ਵਿਉਂਤ ਕੀ ਵਰਤਾਈ। ਹੁਣ ਸ਼ਿਕਾਰੀ ਦੇ ਪੈਰਾਂ ਵਿੱਚ ਲੇਟਿਆ ਹੋਇਆ ਇੱਕ ਸੁੱਤਾ ਸੱਪ, ਉਹ ਜਿਹੜਾ ਨਾਗ ਦੇ ਉੱਤੇ ਕਹਿਣ ਲੱਗੇ ਸ਼ਿਕਾਰੀ ਦਾ ਆ ਗਿਆ ਪੈਰ। ਸ਼ਿਕਾਰੀ ਤਾਂ ਜਦੋਂ ਕਿਤੇ ਪੈਰ ਆਇਆ ਤੇ ਉਹ ਸ਼ਿਕਾਰੀ ਦਾ ਪੈਰ ਆਉਣ ਕਰਕੇ ਉਸ ਸੱਪ ਨੇ ਸ਼ਿਕਾਰੀ ਨੂੰ ਜਦੋਂ ਮਾਰਿਆ ਡੰਗ, ਤੀਰ ਮਾਰਨ ਲੱਗਿਆ ਸੀ ਕਬੂਤਰ ਨੂੰ, ਤੀਰ ਜਦੋਂ ਥਿੜਕਿਆ ਜਾ ਕੇ ਬਾਜ ਦੇ ਲੱਗ ਗਿਆ। ਇੱਕ ਪਾਸੇ ਸੱਪ ਖਾ ਗਿਆ, ਡੰਗ ਗਿਆ ਸ਼ਿਕਾਰੀ ਨੂੰ ਜਿਹੜਾ ਸ਼ਿਕਾਰ ਕਰਨਾ ਚਾਹੁੰਦਾ ਸੀ ਕਬੂਤਰ ਦਾ, ਅਤੇ ਜਿਹੜਾ ਸ਼ਿਕਾਰੀ ਸ਼ਿਕਾਰ ਉੱਤੇ ਬਾਜ ਜਿਹੜਾ ਕਰਨਾ ਚਾਹੁੰਦਾ ਸੀ ਕਬੂਤਰ ਦਾ, ਉਹਨੂੰ ਥਿੜਕ ਕੇ ਤੀਰ ਉਹਦੇ ਵੱਜ ਗਿਆ। ਗੁਰਦੇਵ ਕਹਿਣ ਲੱਗੇ ਹੋਈ ਅਰਦਾਸ ਤੇਰੀ ਬਹਿਬਲਤਾ ਦੇ ਨਾਲ, ਤੈਨੂੰ ਮਾਰਨ ਵਾਲੇ ਪਿਆਰੇ ਆਪ ਛੱਲੀ ਹੋ ਜਾਣਗੇ, ਤੇਰੀ ਅਰਦਾਸ ਵਿੱਚ ਦਮ ਹੋਣਾ ਚਾਹੀਦਾ ਹੈ। ਫਿਰ ਸ਼ਬਦ ਧਿਆਨ ਨਾਲ ਸੁਣਿਆ। ਉਡੇ ਜਾਣੇ ਕੀ ਬਾਤ ਸੁਜਾਨ ਕਹੂੰ, ਨਰਕਾਢ ਕਮਾਨ ਕੀਆ ਸਰ ਰੇ, तेरे ऊपर ऊपर बाज उड़े वहाँ कवन सहाई बिना हर रे, हेरी के पाँव भुजंग डस्यो है। कहन लगे शिकारी दा पैर सप ते आ गया ਅਤੇ ਸੱਪ ਨੇ ਉਹ ਜਿਹੜੇ ਭੁਜੰਗ ਸੀ, ਭੁਜੰਗ ਕਹਿੰਦੇ ਆ ਸੱਪ ਨੂੰ, ਸੱਪ ਨੇ ਕਹਿਣ ਲੱਗੇ ਸ਼ਿਕਾਰੀ ਨੂੰ ਡਸ ਲਿਆ। ਕਹਿਣ ਲੱਗੇ हेरी के न्याओ प्याओ भुजंग डस्यो है, ਛੁੱਟ ਬਾਜ ਕੇ ਬਾਂਦ ਲਗਾ ਫੁਰਰੇ। ਉਹ ਤੀਰ ਜਿਹੜਾ ਉਹਨੂੰ ਮਾਰਨਾ ਚਾਹੁੰਦਾ ਸੀ, ਕਹਿਣ ਲੱਗੇ ਬਾਜ ਨੂੰ ਲੱਗ ਗਿਆ ਜਿਹੜਾ ਕਬੂਤਰ ਦਾ ਸ਼ਿਕਾਰ ਕਰਨ ਪਿਆਉਂਦਾ ਸੀ। ਗੁਰਦੇਵ ਕਹਿਣ ਲੱਗੇ ਪਿਆਰੇ ਸਮਝਾਏ ਰਹੀ ਕਪਟੀ ਮਨ ਕੋ, ਅਰਦਾਸ ਕਹਿਣ ਲੱਗੇ ਸਮਝਾਈ ਰਹੀ ਕਪਟੀ ਮਨ ਕੋ, ਜਿਨ ਨਾਮ ਜਪਿਓ ਤਿਨ ਕੋ ਕਿਆ ਡਰ ਰੇ। ਜਪਿਆ ਹੈ ਨਾ ਪਿਆਰੇ, ਡਰ ਕਾਦਾ ਹੈ, ਸਿਧਾਂਤਾਂ ਤੇ ਸੱਚਾ ਰਹਿ। ਜਿੰਨੇ ਮਰਜੀ ਤੇਰੇ ਉੱਤੇ ਬਾਜ ਉੱਡਦੇ ਨੇ, ਹੁਣ ਵਾਪਸ ਸਿਧਾਂਤ ਤੇ ਆਈਏ, ਜਿੰਨੇ ਮਰਜੀ ਤੇਰੇ ਦੁਸ਼ਮਣ ਨੇ, ਜਿੱਥੇ ਤੂੰ ਅੱਗੇ ਜਿੱਥੇ ਕੰਮ ਵਾਰਤਾ ਪਿਆ ਕਰਦਾ ਹੈ ਉੱਥੇ ਵੀ ਤੇਰੇ ਦੁਸ਼ਮਣ ਨੇ। ਜਦੋਂ ਨਗਰ ਵਿੱਚ ਘਰ ਪਹੁੰਚ ਕੇ ਆ ਗਏ ਉੱਥੇ ਵੀ ਤੇਰੇ ਦੁਸ਼ਮਣ ਨੇ। ਅਸਲ ਵਿੱਚ ਤੇਰੇ ਤੇ ਸਾਧਨਾ ਜੇ ਤੀਰ ਮਾਰਨ ਦੀ ਕੋਸ਼ਿਸ਼ ਕਰਨਗੇ ਪਿਆਰੇ, ਅਰਦਾਸ ਕਰੀ ਤੈਨੂੰ ਖਪਣ ਵਾਲੇ, ਤੈਨੂੰ ਖਪਾਉਣ ਵਾਲੇ ਖਪ ਜਾਣਗੇ। ਕਿਉਂਕਿ ਜਿਹੜਾ ਸਾਰੀ ਸੰਸਾਰ ਦੀ ਲਗਾਮ ਜਿਹਨੇ ਪਕੜੀ ਹੋਈ ਹੈ ਪਿਆਰੇ, ਉਹਦੇ ਅੱਗੇ ਇੱਕ ਦਿਨ ਬੇਬਲਤਾ ਆ ਕੇ ਅਰਦਾਸ ਕਰ ਦਈ। ਬਸ ਇੱਕ ਵਾਰੀ ਅਰਦਾਸ ਲਫ਼ਜ਼ ਕਹਿਣਾ ਹੀ ਤੇਰਾ ਅਰਦਾਸ ਹੋ ਜਾਏਗੀ। ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੁਕੋ ਕਰ ਸੰਤਨ ਕੀ ਧੂਰੇ। ਪਹਿਲਾ ਸ਼ਬਦ ਜੋੜ ਪੜੇਗਾ, ਦੂਜੇ ਵਿੱਚ ਆਏਗਾ ਪਿਆਰੇ ਰਾਰਾ ਰਖਵਾਲਾ ਮੇਰਾ ਗੁਰ ਰਖਵਾਲਾ, ਹਰ ਥਾਏ ਮੇਰਾ ਗੁਰ ਰਖਵਾਲਾ। ਫਿਰ ਕਈ ਪਿਆਰੇ ਦਾਤਾ ਮੇਰਾ ਦਾਤਾ, ਸਭਨਾ ਜੀਆਂ ਕਾ ਦਾਤਾ। ਫਿਰ ਕਈ ਸਹਾਰਾ ਗੁਰ ਸਹਾਰਾ, ਮੇਰਾ ਸਹਾਰਾ ਕੇਵਲ ਮੇਰਾ ਨਹੀਂ ਸਾਰੀ ਦੁਨੀਆ ਦਾ ਸਹਾਰਾ। ਇੰਜ ਕਹਿ ਕੇ ਅਰਦਾਸ ਕਰੀ। ਗੁਰੂ ਦੇਵ ਜੀ ਨੇ ਜਿੰਨੀ ਸੁਮਤ ਬਖਸ਼ੀ, ਇਹਨਾਂ 4 ਅੱਖਰਾਂ ਦੀ ਵਿਚਾਰ ਜੀ ਆਪਾਂ ਕੀਤੀ। ਇਸੇ ਤਰ੍ਹਾਂ ਹੀ ਆਉਣ ਵਾਲੇ ਦਿਨਾਂ ਦੇ ਅੰਦਰ ਸਮਝ ਲਵਾਂ ਗੁਰਦੇਵ ਤੋਂ ਪਹਿਲਾਂ ਜਿਹੜੇ ਸਿੱਖ ਸੀ ਉਹ ਅਰਦਾਸ ਕਿਵੇਂ ਕਰਦੇ, ਕਿਵੇਂ ਆ ਅਰਦਾਸ ਰੂਪੀ ਮਰਿਆਦਾ ਚੱਲੀ। ਗੁਰਦੇਵ ਜੀ ਸਾਰੀ ਦੀ ਸਾਰੀ ਸਾਨੂੰ ਅਗਿਆਨੀਆਂ ਨੂੰ ਦ੍ਰਿੜ ਕਰਵਾ ਦਿਓ।